8ਵੀਂ ਜਮਾਤ ਤੋਂ ਬਾਅਦ 8ਵੀਂ ਕਲਾਸ ਤੋਂ ਬਾਅਦ ਜਿਵੇਂ ਤੁਸੀਂ ਗੱਲਬਾਤ ਵਿੱਚ ਜ਼ਿਕਰ ਕਰ ਰਹੇ ਸੀ ਕਿ 70% ਜੋ ਨੇ ਉਹ ਬੱਚੇ ਪੰਜਾਬੀ ਮਾਂ ਬੋਲੀ ਛੱਡ ਦਿੰਦੇ ਨੇ। ਇਹ ਸਾਬਿਤ ਹੋਇਆ ਹੈ ਕਿਉਂਕਿ 8ਵੀਂ ਕਲਾਸ ਤੋਂ ਬਾਅਦ 70% ਤੋਂ ਬਾਅਦ ਬੱਚੇ ਪੰਜਾਬੀ ਛੱਡ ਦਿੰਦੇ ਨੇ। 4ਵੀਂ ਤੋਂ 8ਵੀਂ ਤੱਕ ਪੰਜਾਬੀ ਲਾਜ਼ਮੀ ਹੋਣ ਕਾਰਨ ਉਹ ਪੜ੍ਹ ਲੈਂਦੇ ਨੇ, ਪਰ 8ਵੀਂ ਤੋਂ ਬਾਅਦ ਪੰਜਾਬੀ ਛੱਡ ਕੇ ਕੋਈ ਹੋਰ ਭਾਸ਼ਾ ਕੋਈ ਹੋਰ ਵਿਸ਼ਾ ਲੈ ਕੇ ਆਪਣਾ ਪੜ੍ਹਾਈ ਕਰਦੇ ਨੇ। 12ਵੀਂ ਤੋਂ ਬਾਅਦ ਲਗਭਗ ਸਿਰਫ 5 ਜਾਂ 10% ਹੀ ਪਾਸ ਹੋ ਕੇ ਨਿਕਲਦੇ ਪੰਜਾਬੀ ਭਾਸ਼ਾ ਦੇ ਵਿੱਚ। ਇਹ ਬਹੁਤ ਦੁੱਖ ਦੀ ਗੱਲ ਹੈ। ਇਸ ਲਈ ਮੈਂ ਸਰ ਤੇ ਬੋਰਡ ਰੱਖ ਕੇ ਲੋਕਾਂ ਨੂੰ ਬੇਨਤੀ ਕਰਦਾ ਹੈ ਪੰਜਾਬੀ ਭਾਸ਼ਾ ਨੂੰ ਛੱਡਣਾ ਨਹੀਂ ਹੈਗਾ। ਇਸ ਲਈ ਸਾਰੇ ਪੇਰੈਂਟਸ ਨੂੰ ਮਾਤਾ ਪਿਤਾ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹੈ ਕਿ ਆਪਣੇ ਬੱਚੇ ਨੂੰ 8ਵੀਂ ਕਲਾਸ ਤੋਂ ਬਾਅਦ ਪੰਜਾਬੀ ਛੱਡਣ ਲਈ ਉਤਸ਼ਾਹਿਤ ਨਾ ਕਰੋ, ਉਹਨਾਂ ਨੂੰ ਉਤਸ਼ਾਹਿਤ ਕਰੋ ਪੰਜਾਬੀ ਪੜ੍ਹਨ ਲਈ 12ਵੀਂ ਤੱਕ। ਕਾਰਨ ਕੀ ਮੰਨਦੇ ਹੋ ਕਿ ਬੱਚੇ ਜਿਹੜੇ ਹੈਗੇ ਨੇ ਵੈਸਟਰਨ ਨਾਲ ਜੁੜਦੇ ਨੇ ਕਿ ਮਾਂ-ਬਾਪ ਦਾ ਵੀ ਕਸੂਰ ਹੈਗਾ ਕਿ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਜਿਹੜੇ ਦੇਣਾ ਚਾਹੀਦਾ, ਜੋ ਪਰਿਵਾਰ ਦੇ ਵਿੱਚ ਉਸ ਭਾਸ਼ਾ ਪ੍ਰਤੀ ਸਤਿਕਾਰ ਵਧਾਉਣਾ ਚਾਹੀਦਾ, ਉਹ ਘੱਟ ਹੈ। ਪੇਰੈਂਟਸ ਹੀ ਪੰਜਾਬੀ ਲੈਣ ਲਈ ਉਤਸ਼ਾਹਿਤ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਹੈ ਕਸੂਰਦਾਰ ਕਿੱਥੇ ਨਾ ਕਿੱਥੇ ਮਾਤਾ ਪਿਤਾ ਹੀ ਹੋ ਸਕਦੇ। ਸੋਸਾਇਟੀ ਦਾ ਫਰਕ ਪੈਂਦਾ, ਸਟੇਟਸ ਦਾ ਫਰਕ ਪੈਂਦਾ ਵੀ ਪੰਜਾਬੀ ਨਹੀਂ ਇੰਗਲਿਸ਼ ਵੱਲ ਚੱਲੋ। ਸੋਸਾਇਟੀ ਦਾ ਫਰਕ ਪੈਂਦਾ, ਸਟੇਟਸ ਦਾ ਫਰਕ ਪੈਂਦਾ ਵੀ ਪੰਜਾਬੀ ਨਹੀਂ ਇੰਗਲਿਸ਼ ਵੱਲ ਚੱਲੋ। 10ਵੀਂ ਤੱਕ ਘੱਟੋ ਘੱਟ ਤੁਸੀਂ ਉਸ ਗਿਆਨ ਨੂੰ ਹਾਸਿਲ ਕਰਨ ਦੀ ਲੋੜ ਹੈ। ਜੇਕਰ ਤੁਸੀਂ ਛੱਡੋਗੇ ਤਾਂ ਉਸ ਗੁਰਬਾਣੀ ਉਸ ਸੱਚੀ ਬਾਣੀ ਤੋਂ ਵੰਚਿਤ ਰਹੋਗੇ। ਕਿ ਸਾਡੀ ਪੀੜ੍ਹੀ ਹੈ ਜੋ 8ਵੀਂ ਤੋਂ ਬਾਅਦ ਪੰਜਾਬੀ ਨਹੀਂ ਲੈਂਦੀ ਸਕੂਲਾਂ ਦੇ ਵਿੱਚ, ਇੱਕ ਬਹੁਤ ਵੱਡਾ ਡਾਟਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਵਾਕਈ ਅਸੀਂ ਇਤਿਹਾਸ ਤੋਂ ਹੀ ਵੰਚਿਤ ਹੋ ਜਾਵਾਂਗੇ। 100% ਕਿਉਂਕਿ ਬਹੁਤ ਸਾਰੇ ਇਤਿਹਾਸ ਬਹੁਤ ਸਾਰੇ 8ਵੀਂ ਤੋਂ ਬਾਅਦ ਹੀ ਲੈਸਨਸ ਹੁੰਦੇ ਨੇ। ਕਹਿੰਦੇ ਚੰਗੀ ਨੌਕਰੀ ਪਾਉਣ ਵਾਸਤੇ ਜਦੋਂ ਇੰਟਰਵਿਊ ਹੁੰਦਾ ਕਿਸੇ ਦਾ ਉਹ ਵੀ ਇੰਗਲਿਸ਼ ਵਿੱਚ ਹੁੰਦਾ। ਬੰਦਾ ਜੇ ਪੰਜਾਬੀ ਪੜ੍ਹਿਆ, ਚਾਹੇ ਬੰਦੇ ਨੇ ਪੰਜਾਬੀ ਦੀ MA ਕੀਤੀ ਹੁੰਦੀ ਆ, ਆਫਿਸ ਦੇਖ ਲਓ, ਪ੍ਰਾਈਵੇਟ ਕੰਪਨੀਆਂ ਦੇਖ ਲਓ, ਉਸ ਦੇ ਵਿੱਚ ਵੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਇੰਟਰਵਿਊ ਵੀ ਪੰਜਾਬੀ 'ਚ ਹੋਣਾ ਚਾਹੀਦਾ? ਬਿਲਕੁਲ 100%। ਜੇਕਰ ਤੁਸੀਂ ਸਾਊਥ ਇੰਡੀਆ ਦੱਖਣ ਭਾਰਤ ਵਿੱਚ ਜਾਓਗੇ ਉਹ ਸਾਰੇ ਆਪਣੀ ਮਾਂ ਬੋਲੀ ਦੇ ਵਿੱਚ ਵੀ ਨੌਕਰੀ ਦੇ ਵਿੱਚ ਇੰਟਰਵਿਊ ਲੈਂਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਬਹੁਤ ਇੱਕ ਦੁਖਦਾਈ ਖਬਰ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ। ਚੌਥੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਸਕੂਲਾਂ ਦੇ ਵਿੱਚ ਪੰਜਾਬੀ ਲਾਜ਼ਮੀ ਹੁੰਦੀ ਹੈ। ਉਸ ਤੋਂ ਬਾਅਦ ਵਿਦਿਆਰਥੀ 8ਵੀਂ ਜਮਾਤ ਤੋਂ ਬਾਅਦ ਕੋਈ ਵੀ ਉੱਥੇ ਬੋਲੀ ਭਾਸ਼ਾ ਜਿਹੜੀ ਹੈ ਚੁਣ ਸਕਦਾ ਹੈ। ਸੰਸਕ੍ਰਿਤ ਹੋ ਗਈ, ਪੰਜਾਬੀ ਹੋ ਗਈ, ਹਿੰਦੀ ਭਾਸ਼ਾ ਹੋ ਗਈ, ਇੰਗਲਿਸ਼ ਹੋ ਗਈ। ਪਰ ਅੰਕੜਾ ਦੇਖੀਏ, ਡਾਟਾ ਦੇਖੀਏ ਤਾਂ 70% ਵਿਦਿਆਰਥੀ 8ਵੀਂ ਕਲਾਸ ਤੋਂ ਬਾਅਦ ਪੰਜਾਬੀ ਮਾਂ ਬੋਲੀ ਨੂੰ ਛੱਡ ਦਿੰਦੇ ਨੇ। ਉਸ ਤੋਂ ਬਾਅਦ +1 ਦੇ ਵਿੱਚ ਇਹ ਅੰਕੜਾ 85% ਹੋ ਜਾਂਦਾ ਹੈ। 85 ਤੋਂ 90% ਦੇ ਵਿੱਚ ਵਿਦਿਆਰਥੀ 11ਵੀਂ ਵਿੱਚ ਜਾ ਕੇ ਪੰਜਾਬੀ ਮਾਂ ਬੋਲੀ ਨੂੰ ਛੱਡ ਦਿੰਦੇ ਨੇ। ਫਿਰ ਜਦੋਂ +2 ਤੋਂ ਬਾਅਦ ਦੀ ਗੱਲ ਆਉਂਦੀ ਹੈ ਤਾਂ ਲਗਭਗ 97-98% ਜੋ ਵਿਦਿਆਰਥੀ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਛੱਡ ਦਿੰਦੇ ਨੇ। ਇਹ ਮੈਂ ਨਹੀਂ ਕਹਿ ਰਿਹਾ, ਇਹ ਅੰਕੜੇ ਕਹਿਦੇ ਨੇ। ਤਾਂ ਸਾਡੇ ਨਾਲ ਮੌਜੂਦ ਨੇ ਪੰਡਿਤ ਰਾਓ ਧਰੇਨਵਰ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਸ਼ੁਰੂਆਤ ਕਰਾਂਗੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਿ ਇਹ ਹੋ ਕਿਉਂ ਰਿਹਾ, ਬੱਚੇ ਕਿਉਂ ਪੰਜਾਬੀ ਮਾਂ ਬੋਲੀ ਤੋਂ ਮੁੱਖ ਮੋੜਦੇ ਨੇ। ਪੰਡਿਤ ਜੀ ਨਾਲ ਗੱਲ ਕਰਾਂਗੇ। ਪੰਡਿਤ ਜੀ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਪੰਡਿਤ ਜੀ, ਮੇਰਾ ਪਹਿਲਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਅੰਕੜਿਆਂ ਦੀ ਗੱਲ ਕਰ ਲਈਏ, ਕੀ ਅੰਕੜੇ ਕਹਿੰਦੇ ਨੇ 8ਵੀਂ ਜਮਾਤ ਤੋਂ ਬਾਅਦ 8ਵੀਂ ਕਲਾਸ ਤੋਂ ਬਾਅਦ ਜਿਵੇਂ ਤੁਸੀਂ ਗੱਲਬਾਤ ਵਿੱਚ ਜ਼ਿਕਰ ਕਰ ਰਹੇ ਸੀ ਕਿ 70% ਜੋ ਨੇ ਉਹ ਬੱਚੇ ਪੰਜਾਬੀ ਮਾਂ ਬੋਲੀ ਛੱਡ ਦਿੰਦੇ ਨੇ। ਅੰਕੜਾ ਕੀ ਕਹਿੰਦਾ, ਡਾਟਾ ਕੀ ਕਹਿੰਦਾ, ਜੋ ਤੁਸੀਂ ਡਾਟਾ ਲੈ ਕੇ ਆਏ ਹੋ? ਜੀ ਬਿਲਕੁਲ। ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਜੋ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਸੀ, ਇਸ ਸ਼ਹਿਰ ਦੇ ਵਿੱਚ ਵਸਣ ਵਾਲੇ ਬੱਚੇ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪੰਜਾਬੀ ਸੱਭਿਆਚਾਰ ਪ੍ਰਤੀ ਰੁਝਾਨ ਘੱਟ ਹੈ। ਇਹ ਸਾਬਿਤ ਹੋਇਆ ਹੈ ਕਿਉਂਕਿ 8ਵੀਂ ਕਲਾਸ ਤੋਂ ਬਾਅਦ 70% ਤੋਂ ਬਾਅਦ ਬੱਚੇ ਪੰਜਾਬੀ ਛੱਡ ਦਿੰਦੇ ਨੇ। 4ਵੀਂ ਤੋਂ 8ਵੀਂ ਤੱਕ ਪੰਜਾਬੀ ਲਾਜ਼ਮੀ ਹੋਣ ਕਾਰਨ ਉਹ ਪੜ੍ਹ ਲੈਂਦੇ ਨੇ, ਪਰ 8ਵੀਂ ਤੋਂ ਬਾਅਦ ਪੰਜਾਬੀ ਛੱਡ ਕੇ ਕੋਈ ਹੋਰ ਭਾਸ਼ਾ ਕੋਈ ਹੋਰ ਵਿਸ਼ਾ ਲੈ ਕੇ ਆਪਣਾ ਪੜ੍ਹਾਈ ਕਰਦੇ ਨੇ। ਕੀ ਹੁੰਦਾ ਹੈ 10ਵੀਂ ਤੋਂ ਬਾਅਦ ਬੱਚੇ ਪਾਸ ਹੋ ਕੇ ਜਾਂ ਉਹ ਕਾਮਰਸ ਚਲੇ ਜਾਂਦਾ ਹੈ, ਕੁਝ ਬੱਚੇ ਸਾਇੰਸ ਚਲੇ ਜਾਂਦੇ ਨੇ, ਜਿਸ ਕਰਕੇ ਫਿਰ ਉਹ ਪੰਜਾਬੀ ਛੱਡ ਦਿੰਦੇ ਨੇ। ਕਾਰਨ ਹੈ 12ਵੀਂ ਤੋਂ ਬਾਅਦ ਲਗਭਗ
ਸਿਰਫ 5 ਜਾਂ 10% ਹੀ ਪਾਸ ਹੋ ਕੇ ਨਿਕਲਦੇ ਹੈ ਪੰਜਾਬੀ ਭਾਸ਼ਾ ਦੇ ਵਿੱਚ। ਇਹ ਬਹੁਤ ਦੁੱਖ ਦੀ ਗੱਲ ਹੈ। ਇਸ ਲਈ ਮੈਂ ਸਰ ਤੇ ਬੋਰਡ ਰੱਖ ਕੇ ਲੋਕਾਂ ਨੂੰ ਬੇਨਤੀ ਕਰਦਾ ਹੈ, ਪੰਜਾਬੀ ਭਾਸ਼ਾ ਨੂੰ ਛੱਡਣਾ ਨਹੀਂ ਹੈਗਾ, ਕਿਉਂਕਿ ਪੰਜਾਬੀ ਭਾਸ਼ਾ ਪ੍ਰਤੀ ਸੱਭਿਆਚਾਰ ਪ੍ਰਤੀ ਸਤਿਕਾਰ ਕਰਨ ਦੀ ਲੋੜ ਹੈਗਾ। ਇਸ ਲਈ ਸਾਰੇ ਪੇਰੈਂਟਸ ਨੂੰ, ਮਾਤਾ ਪਿਤਾ ਨੂੰ ਹਰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹੈ ਕਿ ਆਪਣੇ ਬੱਚੇ ਨੂੰ 8ਵੀਂ ਕਲਾਸ ਤੋਂ ਬਾਅਦ ਪੰਜਾਬੀ ਛੱਡਣ ਲਈ ਉਤਸ਼ਾਹਿਤ ਨਾ ਕਰੋ, ਉਹਨਾਂ ਨੂੰ ਉਤਸ਼ਾਹਿਤ ਕਰੋ ਪੰਜਾਬੀ ਪੜ੍ਹਨ ਲਈ 12ਵੀਂ ਤੱਕ। ਅੱਛਾ ਪੰਡਿਤ ਜੀ, ਅੰਕੜਾ ਜੋ ਤੁਸੀਂ ਗੱਲ ਕਰ ਰਹੇ ਹੋ, ਅੰਕੜੇ ਦੀ ਡਾਟਾ ਹੈ ਕਿਸ ਚੀਜ਼ ਦਾ, ਕਿਸ ਨੇ ਡਾਟਾ ਰਿਲੀਜ਼ ਕੀਤਾ, ਜੋ ਤੁਸੀਂ ਡਾਟੇ ਦੀ ਗੱਲ ਕਰ ਰਹੇ ਹੋ? ਜੀ ਬਹੁਤ ਸਾਰੇ ਟੀਚਰਸ ਨੇ ਪੰਜਾਬੀ ਪੜ੍ਹਾਉਂਦੇ ਨੇ, ਉਹਨਾਂ ਦੇ ਇੱਕ WhatsApp ਦੇ ਗਰੁੱਪ ਹੈਗਾ। ਉਹਨਾਂ ਨੇ ਕੀ ਕੀਤਾ ਕਿ ਕਿੰਨੇ ਬੱਚੇ ਸਾਡੇ ਕੋਲ ਪੜ੍ਹਦੇ ਨੇ, ਤਾਂ ਪਤਾ ਚੱਲਿਆ ਕਿ ਉੱਥੇ ਸਕੂਲ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਬੋਰਡ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਪਤਾ ਚੱਲਿਆ ਕਿ 70% ਬੱਚੇ ਪੰਜਾਬੀ ਛੱਡ ਦਿੰਦੇ ਨੇ 8ਵੀਂ ਕਲਾਸ ਤੋਂ ਬਾਅਦ, ਕਿਉਂਕਿ ਪੜ੍ਹਾਉਣ ਵਾਲੇ ਟੀਚਰਸ ਹੀ ਖੁਦ ਕਹਿ ਰਹੇ ਨੇ ਕਿ ਬੱਚੇ ਪੜ੍ਹਨ ਵਾਲੇ ਕਲਾਸ ਦੇ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਬੱਚੇ ਹੀ ਨਹੀਂ। ਇਹ ਬਹੁਤ ਦੁੱਖ ਦੀ ਗੱਲ ਹੈ। ਇਸ ਲਈ ਪੰਜਾਬੀ ਭਾਸ਼ਾ ਨੂੰ 10ਵੀਂ ਤੱਕ ਲਾਜ਼ਮੀ ਕਰਨਾ ਚਾਹੀਦਾ ਤਾਂ ਕਿ ਸਾਰੇ ਬੱਚੇ ਪੜ੍ਹ ਸਕਣ। ਅੱਛਾ ਪੰਡਿਤ ਜੀ, ਤੁਸੀਂ ਅੰਕੜੇ ਦੀ ਗੱਲ ਕੀਤੀ ਹੈ ਸਕੂਲਾਂ ਦੀ ਇੱਥੇ ਹੁਣ, ਤਾਂ ਕਾਰਨ ਕੀ ਮੰਨਦੇ ਹੋ ਕਿ ਬੱਚੇ ਜਿਹੜੇ ਹੈਗੇ ਨੇ ਵੈਸਟਰਨ ਨਾਲ ਜੁੜਦੇ ਨੇ ਕਿ ਮਾਂ-ਬਾਪ ਦਾ ਵੀ ਕਸੂਰ ਹੈਗਾ, ਜਾਂ ਬੱਚੇ ਆਪਦੇ ਹਿਸਾਬ ਨਾਲ ਵਿਸ਼ਾ ਜਿਹੜਾ ਹੈਗਾ ਉਹ ਅਪਣਾਦੇ ਨੇ? नहीं, पंजाबी भाषा नू बहुत दुख की गल है कि किसी कौम किसी लोका तक ही सीमित रखा गया है, जो गलत है। ये पंजाबी भाषा किसी कौम की किसी समूह की नहीं हो सकता, सारे लिए है, सारे दी है। तो मैं विनती करता है, कारण ये हो सकता है कि ये जो पंजाबी भाषा सारे दी मन की जेकर सारे पढ़नगे तो ये संख्या ज़्यादा बढ़ सकती है। कारण एको एक है कि पंजाबी भाषा प्रति प्यार सत्कार ਜਿਹੜੇ ਦੇਣਾ ਚਾਹੀਦਾ, ਜੋ परिवार ਦੇ ਵਿੱਚ उस भाषा प्रति सत्कार ਵਧਾਉਣਾ ਚਾਹੀਦਾ, वो कट है। एक परिवार है हिंदू परिवार, एक है मुस्लिम परिवार, एक है सिख परिवार। ये सारे परिवार रल मिल के जेकर पंजाबी पढ़ाने का उत्साहित करेंगे तो सारे पढ़ेंगे, हो सकता है इसके पढ़ने की संख्या या ये आंकड़ा बढ़ सकता है। ਅੱਛਾ, ਕਿਸ ਦੀ ਗੱਲ ਮੰਨੀ ਜਾਵੇ, ਮਾਂ-ਬਾਪ ਦੀ ਮੰਨੀ ਜਾਵੇ ਗੱਲ, ਬੱਚੇ ਮੰਨਦੇ ਨੇ ਕਿ ਪੰਜਾਬੀ ਮਾਂ ਬੋਲੀ ਲੈਣੀ ਕਿ ਨਹੀਂ ਲੈਣੀ, ਜਾਂ ਕਸੂਰ ਕਿਸ ਦਾ? ਮਾਂ-ਬਾਪ ਦਾ ਜੋ ਬੱਚਿਆਂ ਨੂੰ ਕਹਿ ਹੀ ਨਹੀਂ ਪਾਏ ਕਿ ਆਦੀ ਭਾਸ਼ਾ ਨਾਲ ਨਾ ਟੁੱਟੋ, ਜਾਂ ਬੱਚਿਆਂ ਦਾ ਮਾਂ-ਬਾਪ ਦੀ ਗੱਲ ਨਹੀਂ ਮੰਨਦੇ ਵੀ ਅਸੀਂ ਤਾਂ ਪੰਜਾਬੀ ਮਾਂ ਬੋਲੀ ਪੜ੍ਹਨੀ ਨਹੀਂ, ਅਸੀਂ ਤਾਂ ਇੰਗਲਿਸ਼ ਪੜ੍ਹਨੀ ਹੈ? ਕਿਉਂਕਿ ਅਗਲਾ ਜਿਹੜਾ ਆਉਣ ਵਾਲਾ ਦੌਰ ਹੈਗਾ, ਬੱਚੇ ਸਮਝਦੇ ਨੇ ਕਿ ਇੰਗਲਿਸ਼ ਦੇ ਦੌਰ ਹੈ, ਵੀ ਇੰਗਲਿਸ਼ 'ਚ ਗੱਲ ਕਰ ਪਾਈਏ ਕਿ ਸਾਡਾ ਸਟੇਟਸ ਉੱਪਰ ਹੋਊਗਾ, ਕਿ ਸਟੇਟਸ ਦੀ ਵੀ ਗੱਲ ਆ ਜਾਂਦੀ ਹੈ। नहीं, बिल्कुल नहीं। ये बच्चे देखो 8वीं क्लास की बच्चे की जी सोच है इन्नी वड्डी पद्धर नहीं होंदा है, पर ये पेरेंट्स की गलती कित्थे ने कित्थे लगता है कि इसलिए मैं सर ते बोल रहे कि घूमता है कर जाके विनती करता है माता पिता जी नूं, उन्हां दा फर्ज है। स्कूल दे विच एक फॉर्म दिंदे ने, वो फॉर्म भर के माता पिता जी साइन करके सबमिट करना पैंदा है स्कूल दे विच। जेकर बच्चे नूं माता पिता समझाउणगे तो तुसीं पंजाबी लिओ तो बच्चा पंजाबी ले सकता है, पर खुद पेरेंट्स ही पंजाबी लेने लई उत्साहित नहीं करते, तो मैनू लगता है कसूरदार कित्थे न कित्थे माता पिता ही हो सकते हैं। सोसाइटी का फर्क पैंदा, चंडीगढ़ शहर हैगा, सोसाइटी का फर्क पैंदा, स्टेटस का फर्क पैंदा भी पंजाबी इंग्लिश वाल चलो। नहीं, सोसाइटी की है, उन्होंने इतिहास पढ़ने की लोड़ है। ये सोसाइटी ये पंजाबियत की सोसाइटी, इतने रहने वाले 90% तो लोग पंजाब तो ने। ਤੁਸੀਂ ਜਾ ਕੇ ਦੇਖੋਗੇ पंजाब ਅਤੇ हरियाणा तो, पंजाब हरियाणा हिमाचल तो, कहने का भाव है ये सारे हिस्सा ये पंजाब प्रांत दी सीगा। पहले इतिहास पढ़ के देखो तुसी, ये सारे पंजाबी लोग ने। ये पंजाबी जेकर लोग ने तो इन्हों का इतिहास पंजाबी है, तो ये पंजाबी भाषा की समाज है ये सारे चंडीगढ़। इसलिए इन्होंने पंजाबी भाषा प्रति सत्कार सम्मान होने की लोड़ है। पंजाबी भाषा को गलवकड़ विच लेने की लोड़ है, जो पंजाब के राजधानी चंडीगढ़ वसने वाले लोग थे। ਤੇ ਤੁਹਾਨੂੰ ਲੱਗਦਾ ਜੋ ਬੱਚੇ ਛੱਡ ਦਿੰਦੇ ਨੇ ਪੰਜਾਬੀ 8ਵੀਂ ਤੋਂ ਬਾਅਦ ਛੱਡ ਦਿੰਦੇ ਨੇ, ਸਮਝਾਉਣ ਦੀ ਲੋੜ ਹੈ, ਦੱਸਣ ਦੀ ਲੋੜ ਹੈ ਕਿ ਸਕੂਲਾਂ ਵਿੱਚ ਇਹ ਕੰਮ ਹੋਣਾ ਚਾਹੀਦਾ, ਕਿ ਸਰਕਾਰ ਨੂੰ ਇਸ ਪਾਸੇ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਵੀ ਪੰਜਾਬੀ ਵੀ ਲਾਜ਼ਮੀ ਰੱਖਣ। ਠੀਕ ਹੈ, ਵਿਸ਼ਾ ਕੋਈ ਵੀ ਚੁਣ ਸਕਦਾ, ਉਹਦੇ ਵਿੱਚ ਜਾ ਕੇ ਵਿਸ਼ੇ ਦੀ ਗੱਲ ਨਹੀਂ ਹੋ ਰਹੀ, ਕੋਈ ਵਿਅਕਤੀ ਹਿੰਦੀ ਵੀ ਚੁਣ ਸਕਦਾ, ਇੰਗਲਿਸ਼ ਵੀ ਚੁਣ ਸਕਦਾ, ਪਰ ਪੰਜਾਬੀ ਮਾਂ ਬੋਲੀ ਨੂੰ ਛੱਡਣਾ ਕੀ ਗੱਲ ਸਹੀ ਹੈ? बिल्कुल गलत, सही बिल्कुल नहीं हैगा। क्योंकि पंजाबी लाजमी क्यों? कारण ये है, सब तो पहला कारण, जेकर पंजाबी तुसी 10वीं तक नहीं पढ़ोगे, पंजाब सरकार दे विच बहुत सारे नौकरी हासिल करन लई पंजाबी 10वीं तक लाजमी होने की लोड़ है। जेकर तुसी 10वीं तक पंजाबी नहीं पढ़े तो तुसी वंचित रहोगे।
ਚੰਡੀਗੜ੍ਹ ਦੇ ਵਿੱਚ ਵੀ ਕੁਝ ਨੌਕਰੀ ਨੇ ਜੋ ਪੰਜਾਬੀ ਲਾਜ਼ਮੀ ਹੋਣਾ ਚਾਹੀਦਾ 10ਵੀਂ ਤੱਕ। ਜੇਕਰ ਤੁਸੀਂ ਪੰਜਾਬੀ ਨਹੀਂ ਪੜ੍ਹਿਆ ਹੈ ਤਾਂ ਤੁਸੀਂ ਉਸ ਨੌਕਰੀ ਤੋਂ ਵੰਚਿਤ ਰਹੋਗੇ। ਇਸ ਤੋਂ ਵੱਡੀ ਪੱਧਰ ਤੇ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਦੁਨੀਆ ਦੇ ਸਭ ਤੋਂ ਮਾਲਿਕ, ਉਸ ਗਿਆਨ ਨੂੰ ਹਾਸਿਲ ਕਰਨਾ ਚਾਹੀਦਾ ਤੁਹਾਨੂੰ, ਉਸ ਗੁਰਬਾਣੀ ਦੀ ਗਿਆਨ ਹਾਸਿਲ ਕਰਨ ਦੀ ਲੋੜ ਤੁਹਾਨੂੰ ਹੋਏਗਾ ਤਾਂ ਗੁਰਮੁਖੀ ਗਿਆਨ ਹੋਣ ਦੀ ਲੋੜ ਹੈ। 10ਵੀਂ ਤੱਕ ਘੱਟੋ ਘੱਟ ਤੁਸੀਂ ਉਸ ਗਿਆਨ ਨੂੰ ਹਾਸਿਲ ਕਰਨ ਦੀ ਲੋੜ ਹੈ। ਜੇਕਰ ਤੁਸੀਂ ਛੱਡੋਗੇ ਤਾਂ ਉਸ ਗੁਰਬਾਣੀ ਉਸ ਸੱਚੀ ਬਾਣੀ ਤੋਂ ਵੰਚਿਤ ਰਹੋਗੇ, ਕਹਿਣ ਦਾ ਭਾਵ ਹੈ। ਇਸ ਲਈ ਪੰਜਾਬੀ ਭਾਸ਼ਾ ਸਿੱਖਣ ਦੀ ਲੋੜ ਹੈ। ਤੁਸੀਂ ਕਹਿੰਦੇ ਵੀ ਸਾਡਾ ਇਤਿਹਾਸ ਜਿਹੜਾ ਹੈਗਾ, ਗੁਰਬਾਣੀ ਦੀ ਤੁਸੀਂ ਗੱਲ ਕੀਤੀ ਹੈ ਜਾਂ ਹੋਰ ਵੀ ਬੜਿਆ, ਸਾਡਾ ਇਤਿਹਾਸ ਜੋ ਹੈ ਪੰਜਾਬੀ ਲਿਪੀ ਦੇ ਵਿੱਚ ਲਿਖਿਆ ਹੋਇਆ, ਅਸੀਂ ਛੱਡ ਨਹੀਂ ਸਕਦੇ। 35 ਅੱਖਰ ਨੇ, ਤਾਂ ਵਾਕਈ ਅਸੀਂ ਇਤਿਹਾਸ ਨਾਲ ਟੁੱਟ ਜਾਾਂਗੇ ਜੇ ਸਾਨੂੰ ਪੰਜਾਬੀ ਨਹੀਂ ਆਉਂਦੀ ਹੋਏਗੀ। ਪੰਜਾਬੀ ਅਸੀਂ ਛੱਡ ਦਾਂਗੇ ਕਿ ਸਾਡੀ ਪੀੜ੍ਹੀ ਹੈ ਜੋ 8ਵੀਂ ਤੋਂ ਬਾਅਦ ਪੰਜਾਬੀ ਨਹੀਂ ਲੈਂਦੀ ਸਕੂਲਾਂ ਦੇ ਵਿੱਚ। ਇੱਕ ਬਹੁਤ ਵੱਡਾ ਡਾਟਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਵਾਕਈ ਅਸੀਂ ਇਤਿਹਾਸ ਤੋਂ ਹੀ ਵੰਚਿਤ ਹੋ ਜਾਾਂਗੇ। 100%, क्योंकि बहुत सारे इतिहास, बहुत सारे ਜਿਹੜੇ ਸਿਖਾਉਂਦੇ ਨੇ ਇਹ 8ਵੀਂ ਤੋਂ ਬਾਅਦ ਹੀ ਲੈਸਨਸ ਹੁੰਦੇ ਨੇ। ਜਿਵੇਂ ਗੁਰੂ ਮਹਾਰਾਜ ਦੀ ਸੰਦੇਸ਼, ਗੁਰਬਾਣੀ ਦੀ ਸੰਦੇਸ਼, ਵਚਨ ਸਾਹਿਤ, ਦਾਸ ਸਾਹਿਤ, ਗੁਰਬਾਣੀ ਦੀ ਸਾਹਿਤ ਜਾਂ ਪੰਜਾਬ ਦੀ ਸਾਹਿਤ ਜਾਂ ਇਸ ਪ੍ਰਾਂਤ ਦੀ ਸਾਹਿਤ, ਬਹੁਤ ਸਾਰੇ ਲੈਸਨਸ 8ਵੀਂ ਤੋਂ ਬਾਅਦ ਹੀ ਆਉਂਦੇ ਨੇ। ਜੇਕਰ ਤੁਸੀਂ ਛੱਡ ਦਿਓਗੇ तो उस ज्ञान तो उस इतिहास तो वंचित पक्की गल है। इसलिए मैनू लगता है 10ਵੀਂ तक लाजमी होने के लिए लाजमी नहीं हैगा चंडीगढ़ प्रशासन ਦੇ। इसलिए ਤੁਹਾਨੂੰ नहीं छड्डना चाहिए। इसनों रख के इस प्रांत ਦੀ इतिहास ਤੁਹਾਨੂੰ नहीं पता, ਤੁਸੀਂ वंचित जरूर रहोगे। ਅੱਛਾ ਪੰਡਿਤ ਜੀ, ਕਦੇ ਚੰਗੀ ਨੌਕਰੀ ਪਾਉਣ ਵਾਸਤੇ ਜਦੋਂ ਇੰਟਰਵਿਊ ਹੁੰਦਾ ਕਿਸੇ ਦਾ, ਉਹ ਵੀ ਇੰਗਲਿਸ਼ ਵਿੱਚ ਹੁੰਦਾ। ਬੰਦਾ ਜੇ ਪੰਜਾਬੀ ਪੜ੍ਹਿਆ, ਚਾਹੇ ਬੰਦੇ ਨੇ ਪੰਜਾਬੀ ਦੀ MA ਕੀਤੀ ਹੁੰਦੀ ਆ, ਆਫਿਸ ਦੇਖ ਲਓ, ਪ੍ਰਾਈਵੇਟ ਕੰਪਨੀਆਂ ਦੇਖ ਲਓ, ਉਸ ਦੇ ਵਿੱਚ ਵੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਇੰਟਰਵਿਊ ਵੀ ਪੰਜਾਬੀ 'ਚ ਹੋਣਾ ਚਾਹੀਦਾ ਕਿ ਇੰਗਲਿਸ਼ ਜਦੋਂ ਇੰਟਰਵਿਊ ਹੁੰਦਾ ਉਸ ਨੂੰ ਲੈ ਕੇ ਬੜੇ ਸਵਾਲ ਇੱਥੇ ਉੱਠੇ ਸੀ। ਕਈ ਸਾਲ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ ਕਿ ਇੰਟਰਵਿਊ ਫਿਰ ਇੰਗਲਿਸ਼ ਵਿੱਚ ਕਿਉਂ? ਜੇ ਅਸੀਂ ਪੰਜਾਬੀ ਦੀ ਗੱਲ ਕਰਨੀ ਹੈ, ਸਰਕਾਰੀ ਦਫ਼ਤਰਾਂ ਦੀ ਗੱਲ ਕਰ ਲਈਏ, ਫਿਰ ਇੰਟਰਵਿਊ ਤਾਂ ਪੰਜਾਬੀ 'ਚ ਹੋਣੇ ਚਾਹੀਦੇ ਨੇ। ਬਿਲਕੁਲ 100%। ਜੇਕਰ ਤੁਸੀਂ ਸਾਊਥ ਇੰਡੀਆ, ਦੱਖਣ ਭਾਰਤ ਵਿੱਚ ਜਾਓਗੇ, ਉਹ ਸਾਰੇ ਆਪਣੀ ਮਾਂ ਬੋਲੀ ਦੇ ਵਿੱਚ ਵੀ ਨੌਕਰੀ ਦੇ ਵਿੱਚ ਇੰਟਰਵਿਊ ਲੈਂਦੇ ਨੇ। ਦੁਰਭਾਗਯ ਹੈ ਕਿ ਇਸ ਖੇਤਰ ਦੇ ਵਿੱਚ ਪੰਜਾਬੀ ਭਾਸ਼ਾ ਹੋਵੇ, ਕੋਈ ਖੇਤਰੀ ਭਾਸ਼ਾ ਦੇ ਵਿੱਚ ਇੰਟਰਵਿਊ ਲੈਣ ਦੇ ਵਿੱਚ ਖਿਚਾਖਿਚ ਕਰਨਾ ਬਹੁਤ ਗਲਤ ਹੈ। ਕਹਿਣ ਦਾ ਭਾਵ ਹੈ ਕਿ ਆਧੁਨਿਕੀਕਰਨ ਦੇ ਵਿੱਚ ਆਪਣੀ ਖੇਤਰੀ ਭਾਸ਼ਾ ਨੂੰ ਅਣਦੇਖੀ ਕਰਨਾ ਗਲਤ ਹੈ। ਇਹ ਸਿਰਫ इस कारण पंजाबी भाषा वंचित नहीं है, बल्कि उर्दू इस क्षेत्र की भाषा, उर्दू भी वंचित होया है। क्योंकि उर्दू ਦੇ ਵਿੱਚ ਗੱਲ ਕਰਨ ਵਾਲੇ ਘੱਟ ਨੇ, ਪੜ੍ਹਨ ਵਾਲੇ ਘੱਟ ਨੇ, तो ये भाषा खत्म होने ਦੀ वो भाषा गलत है। कहने ਦਾ ਭਾਵ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਖੇਤਰੀ ਭਾਸ਼ਾ ਦੇ ਵਿੱਚ ਇੰਟਰਵਿਊ ਲੈਣਾ ਸਖਤ ਲੋੜ ਹੈਗਾ। ਜਿੱਥੇ ਨਹੀਂ ਹੋ ਰਿਹਾ, ਹੋਣ ਦੀ ਲੋੜ ਹੈ। ਅੱਛਾ ਪੰਡਿਤ ਜੀ, ਜਿਸ ਤਰੀਕੇ ਨਾਲ ਤੁਸੀਂ ਸਾਰੀ ਗੱਲ ਰੱਖੀ ਹੈ ਪੰਜਾਬੀ ਮਾਂ ਬੋਲੀ ਲੈ ਕੇ, ਤੁਸੀਂ ਵੀ ਬੋਰਡ ਲੈ ਕੇ ਪੰਜਾਬ 'ਚ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਹੋ, ਲੋਕਾਂ ਨੂੰ ਕਹਿੰਦੇ ਹੋ ਜਾ ਕੇ ਕਿ ਪੰਜਾਬੀ ਮਾਂ ਬੋਲੀ ਨਾਲ ਜੁੜੋ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਲਿਪੀ ਜੋ 35 ਸਾਡੇ ਲਿਪੀ ਦੇ ਸ਼ਬਦ ਨੇ ਵੀ ਦਿਖਾਏ ਜਾਣ। ਜਿਸ ਤਰੀਕੇ ਤੁਸੀਂ ਇਹ ਬੋਰਡ ਲੈ ਕੇ ਹਰ ਜਗ੍ਹਾ ਤੇ ਜਾਂਦੇ ਹੋ ਤਾਂ ਜਾ ਕੇ ਕੋਈ ਗੱਲ ਕਹਿੰਦੇ ਹੋ ਕਿ ਸਾਨੂੰ ਪੰਜਾਬੀ ਭਾਸ਼ਾ ਸਿੱਖਣੀ ਚਾਹੀਦੀ ਹੈ, ਪੰਜਾਬੀ ਮਾਂ ਬੋਲੀ ਸਾਨੂੰ ਸਿੱਖਣੀ ਚਾਹੀਦੀ ਹੈ, ਕੀ ਤਾਸਦੀ ਹੈ? ਅਸੀਂ ਵਾਂਝੇ ਕਿਉਂ ਹੋ ਰਹੇ ਹਾਂ? ਤੁਸੀਂ ਇੱਕ ਗੱਲ ਦੱਸੀ ਵੀ ਬੱਚੇ ਵੀ ਛੱਡਦੇ ਜਾਂਦੇ ਨੇ, ਮਾਂ-ਬਾਪ ਦੀ ਵੀ ਗੱਲ ਕੀਤੀ ਹੈ ਕਿ ਕਿਤਾਬਾਂ ਦੇ ਵਿੱਚ ਵੀ ਗੁੰਮ ਹੈ ਪੰਜਾਬੀ ਮਾਂ ਭਾਸ਼ਾ, ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਹੈ ਪੰਜਾਬੀਆਂ ਵਿੱਚ ਵੀ ਗੁੰਮ ਹੋ ਗਈ ਹੈ। ਹੁਣ ਇੰਗਲਿਸ਼, ਮੈਂ ਸਟੇਟਸ ਦੀ ਗੱਲ ਕਰਨਾ ਕਿਉਂਕਿ ਸਟੇਟਸ ਬੜਾ ਇਫੈਕਟ ਪਾਉਂਦਾ ਇਹ ਚੀਜ਼ਾਂ ਦੇ ਉੱਤੇ ਕਿ ਸਟੇਟਸ ਨੂੰ ਲੈ ਕੇ ਕਾਲਜ ਦੇ ਵਿਦਿਆਰਥੀ ਹੋ ਗਏ, ਕਾਲਜ ਦੇ ਨੌਜਵਾਨ ਹੋ ਗਏ, ਉੱਥੇ ਵੀ ਸਮੱਸਿਆ ਆ ਜਾਂਦੀ ਹੈ ਵੀ ਜਿਹੜਾ ਪੰਜਾਬੀ ਪੜ੍ਹਿਆ ਉਹਨੂੰ ਤਾਂ ਬੇਵਕੂਫ ਸਮਝਿਆ ਜਾਂਦਾ, ਜਿਹੜਾ ਇੰਗਲਿਸ਼ ਪੜ੍ਹਦਾ ਉਹ ਤਾਂ ਬੜਾ ਹੁਸ਼ਿਆਰ ਹੁੰਦਾ। नहीं, बिल्कुल नहीं। जेकर दक्षिण भारत जा के देखोगे, ਜਿਹੜੇ ਕੰਨੜ ਭਾਸ਼ਾ ਨੂੰ 11ਵੀਂ ਤੱਕ 12ਵੀਂ ਤੱਕ ਜਾਂ ਡਿਗਰੀ ਤੱਕ ਲੈਂਦੇ ਨੇ, ਉਹਨਾਂ ਨੂੰ ਬਹੁਤ ਸਤਿਕਾਰ ਕਰਦੇ ਅਸੀਂ, सम्मान करते, क्योंकि वो अपनी माँ बोली ਨੂੰ ਪੜ੍ਹਨ ਲਈ, ਸਾਡੀ ਮਾਂ ਬੋਲੀ ਨੂੰ ਆਪਣੀ ਵਿਸ਼ੇ ਵਸਤੂ ਬਣਾ ਕੇ ਡਿਗਰੀ ਕਰ ਰਹੇ ਨੇ, ਉਹਨਾਂ ਨੂੰ ਅਸੀਂ सम्मान ਕਰਦੇ। ਪਰ ਦੁੱਖ ਦੀ ਗੱਲ ਹੈ ਪੰਜਾਬ, ਹਰਿਆਣਾ ਇਸ ਖੇਤਰ ਦੇ ਵਿੱਚ ਆਪਣੀ ਖੇਤਰੀ ਭਾਸ਼ਾ ਨੂੰ सम्मान ਨਾ ਕਰਦੇ, ਸੁਭਾਅ ਨਾ ਹੋਣ ਕਾਰਨ ਇਹ ਗੱਲ ਹੋ ਰਿਹਾ। ਇਹ ਸਿਰਫ ਪੰਜਾਬੀ ਭਾਸ਼ਾ ਨਾਲ ਨਹੀਂ ਹੈ, ਇਹ ਭਾਸ਼ਾ ਹਰਿਆਣਵੀ ਦੇ ਨਾਲ ਵੀ ਹੈਗਾ। ਜੋ ਹਰਿਆਣੇ ਦੇ ਵਿੱਚ ਗੱਲ ਕਰਨ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ ਕੁਝ ਲੋਕ। ये समस्या हिमाचल प्रदेश से कुछ गढ़वाली भाषा ਦੇ ਨਾਲ ਵੀ ਹੈਗਾ ਜੋ ਮਰ ਰਹੇ ਨੇ। ਜਿਵੇਂ ਬਹੁਤ ਮਸ਼ਹੂਰ ਇੱਕ ਭਾਸ਼ਾ ਹੈ ਉੱਥੇ, ਮਤਲਬ टाकरी भाषा ऑलमोस्ट मर चुका है। कहने का भाव है कि
ਇਸ ਭਾਸ਼ਾ ਪ੍ਰਤੀ ਖੇਤਰੀ ਭਾਸ਼ਾ ਪ੍ਰਤੀ ਸਤਿਕਾਰ ਸਨਮਾਨ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਹੈ ਜੇਕਰ ਇਹ ਪ੍ਰਾਇਮਰੀ ਸਕੂਲ ਤੋਂ ਹੀ चौथी तो 8वीं तक पंजाबी भाषा लाजमी करके या 10वीं तक लाजमी करोगे, वो बच्चे दे मनां विच प्यार वधेगी, वो नहीं छड्डणगे, 12वीं तक नहीं छड्डणगे, डिग्री तक नहीं छड्डणगे। इसलिए मैं सर ते बोर्ड रख के घूमदा है कर गली गली हर थां ते, ताकि इन लोगों के मनां विच इस भाषा प्रति इस लिपि विच प्रति उन्हां मनां विच प्यार पैदा होवे। ਤੇ ਸਾਰੀ ਗੱਲਬਾਤ ਸੁਣੀਏ। ਚੰਡੀਗੜ੍ਹ ਦੇ ਵਿੱਚ ਚੌਥੀ ਤੋਂ ਲੈ ਕੇ 8ਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਲਾਜ਼ਮੀ ਹੈ। 8ਵੀਂ ਤੋਂ ਬਾਅਦ ਕੁਝ ਵਿਦਿਆਰਥੀ 70% ਜੋ ਪੰਡਿਤ ਜੀ ਨੇ ਡਾਟਾ ਕਿਹਾ 70% ਇਹੋ ਜਿਹੇ ਬੱਚੇ ਨੇ ਜੋ ਪੰਜਾਬੀ ਮਾਂ ਬੋਲੀ ਨੂੰ ਛੱਡ ਦਿੰਦੇ ਨੇ। ਉਸ ਤੋਂ ਬਾਅਦ 10ਵੀਂ ਵਿੱਚ ਜਾ ਕੇ ਅਲੱਗ-ਅਲੱਗ ਵਿਸ਼ਾ ਰੱਖ ਲੈਂਦੇ ਨੇ, ਉਸ ਤੋਂ ਬਾਅਦ ਪੰਜਾਬੀ ਮਾਂ ਬੋਲੀ ਨੂੰ ਫਿਰ ਛੱਡ ਦਿੰਦੇ ਨੇ। ਫਿਰ +2 ਦੀ ਵਾਰੀ ਆਉਂਦੀ ਹੈ, +2 ਦੀ ਵਾਰੀ ਤੋਂ ਬਾਅਦ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਵਿਸ਼ੇ ਰੱਖਦੇ ਨੇ। ਫਿਰ ਹੋਰ ਜਿਹੜਾ ਇਹ % ਘਟ ਜਾਂਦੀ ਹੈ। ਇਹ ਤਰਾਸਦੀ ਹੈ। ਪਿੰਡਾਂ ਨੂੰ ਜਾੜ ਕੇ ਜੋ ਅਸੀਂ ਪਿੰਡ ਉਜਾੜੇ ਗਏ ਸੀ ਤਾਂ ਚੰਡੀਗੜ੍ਹ ਵਸਿਆ ਸੀ, ਪਰ ਚੰਡੀਗੜ੍ਹ ਦੇ ਵਿੱਚ ਰਹਿੰਦੇ ਪੰਜਾਬ ਦੇ ਲੋਕ ਹੀ ਪੰਜਾਬੀ ਮਾਂ ਬੋਲੀ ਵਾਲੇ ਪਾਸੇ ਨਹੀਂ ਜਾ ਰਹੇ। ਬੱਚੇ ਨੂੰ ਪੰਜਾਬੀ ਮਾਂ ਬੋਲੀ ਨਹੀਂ ਪੜ੍ਹਾਈ ਜਾ ਰਹੀ, ਕਿਉਂਕਿ ਕੁਝ ਇਤਿਹਾਸ ਇਹੋ ਜਿਹਾ ਵੀ ਹੈਗਾ ਜੋ ਪੰਜਾਬੀ ਮਾਂ ਬੋਲੀ ਦੇ ਵਿੱਚ ਹੈਗਾ, ਉਸ ਨੂੰ ਪੜ੍ਹਨ ਦੀ ਲੋੜ ਹੈ। ਤਾਂ ਬੱਚੇ ਕਿਸੇ ਕਾਰਨ ਟੁੱਟ ਰਹੇ ਨੇ। ਤਾਂ ਅਸੀਂ ਸਾਰੀ ਗੱਲਬਾਤ ਸੁਣੀਏ ਪੰਡਿਤ ਜੀ ਦੀ। ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ, ਤਾਂ ਕਿ ਹਰ ਇੱਕ ਪੰਜਾਬੀ ਵਿਅਕਤੀ ਕੋਲ ਜਾ ਸਕੇ ਕਿ ਪੰਜਾਬੀ ਭਾਸ਼ਾ ਦੀ ਤਰਾਸਦੀ ਕੀ ਹੋ ਰਹੀ ਹੈ।